ਤੁਸੀਂ लगातार जुड़े हुए हो। मैं मनदीप कौर संधू एक बार फिर तो हाजिर हो गई हाँ। गल कर लेने दीप सिद्धू होना दी। दीप सिद्धू होना दी जो मौत हुंदी है तो लगातार हर एक व्यक्ति ये सवाल पूछता है कि आखिरकार दीप सिद्धू की मौत हुई किवें है। हर एक व्यक्ति की जुबान ते सवाल ये उठता है कि एक्सीडेंट की रात की होया सी तां रीना राय नूं झरीट तक क्यों नहीं आई है, रीना राय कित्थे मौजूद सी। अलग अलग तरह के जिहड़े सवाल सी उठ रहे सी। अज दीप सिद्धू होना दी मौत तो बाद पहली बार रीना राय ने चुप्पी तोड़ी है। तो उन्होंने इंस्टाग्राम ते एक जिहड़ी स्टोरी शेयर की उहदे विच बहुत कुछ बयान करते ने। बहुत वड्डी पोस्ट जिहड़ी है उन्होंने लिखी हुई है। रीना राय ने अपनी चुप्पी तोड़ी है कि उस रात की होया सी। 15 फरवरी नूं दीप सिद्धू होना दी मौत हुंदी है एक्सीडेंट दे विच। यह हादसा हुंदा है तां ठीक इस दे बाद दीप सिद्धू दी मौत तो बाद रीना राय दे वल नज़रां सबदियां सी कि आखिरकार रीना राय इसते की बोलेगी। रीना राय उस दौरान मौजूद सी तां हुण तक रीना राय ने अपनी चुप्पी क्यों नहीं तोड़ी है। तां इस दे नाल ही हुण उन्होंने एक पोस्ट लिखी है। की कुछ लिखते ने तुहानूं सारी पोस्ट पढ़ के सुनावांगे। वो लिखते ने कि 120 घंटे बस इन्ना ही समा लगा एक जिंदगी खुशियां भरपूर जिउण लई, प्यार नूं अनुभव करन लई, फिर दिल कंबाऊ दर्द नूं सहण दे लई। 120 घंटिਆਂ ਵਿੱਚ मैं भारत पहुंची, वैलेंटाइन डे मनाया, हस्पताल दाखिल हुई, फिर घर वापस आ गई हाँ। और इस दौरान उसने एक दर्द दे नाल जो एक लिखा है उसनों पढ़ के जरूर सुनावांगे कि मैनूं पता है कि बहुत सारे लोग जिहड़े ने वो सवाल जिहड़ा मेरे ते उठा रहे ने। मैं पूरी कोशिश करांगी इस दे जवाब देण दी। की लिखदे ने रीना राय तुहानूं सुणाउने आ। दीप अते मैनूं एक दूजे नाल प्यार हो गया सी ਜਦੋਂ ਅਸੀਂ ਸਾਲ 2018 ਚ ਫਿਲਮ ਰੰਗ ਪੰਜਾਬ ਦੀ ਸ਼ੂਟਿੰਗ ਕਰ ਰਹੇ ਸੀ। ਅੱਜ ਤੱਕ ਸਿਰਫ ਦੀਪ ਹੀ ਸੀ। ਮੈਨੂੰ ਅਜਿਹਾ ਵਿਅਕਤੀ ਮਿਲਿਆ ਜੋ ਸਭ ਤੋਂ ਪਿਆਰਾ ਸੀ ਅਤੇ ਖਿਆਲ ਰੱਖਣ ਵਾਲਾ ਸੀ। ਜਿਵੇਂ ਜਿਵੇਂ ਫਿਲਮ ਦੀ ਸ਼ੂਟਿੰਗ ਚੱਲਦੀ ਰਹੀ ਸਾਡੀ ਦੋਹਾਂ ਦੀ ਦੋਸਤੀ ਵੱਧਦੀ ਗਈ। ਫਿਲਮ ਦੇ ਵਕਫੇ ਦੌਰਾਨ ਅਸੀਂ ਘੰਟਿਆਂ ਬਿਤਾ ਦਿੰਦੇ, ਗੱਲਾਂ ਮਾਰਦੇ, ਸਾਡੀ ਜ਼ਿੰਦਗੀ ਬਾਰੇ, ਪਰਿਵਾਰ ਬਾਰੇ, ਸਾਡੇ ਸੁਪਨਿਆਂ ਦੇ ਬਾਰੇ। ਜਦੋਂ ਫਿਲਮ ਮੁਕੰਮਲ ਹੋ ਗਈ ਤਾਂ ਸਾਡੀ ਗੱਲਬਾਤ ਫਿਰ ਹੁੰਦੀ ਰਹੀ। ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਅਸੀਂ ਇੱਕ ਦੂਜੇ ਤੋਂ ਅਨਿਖੜਵੇਂ ਹੋ ਚੁੱਕੇ ਸੀ। ਦੀਪ ਨੇ, ਮੇਰੇ ਪਰਿਵਾਰ ਨੇ ਇਕੱਠਿਆਂ ਸਮਾਂ ਬਿਤਾਇਆ। ਉਹਨਾਂ ਨੇ ਕਿਹਾ ਕਿ ਮੈਂ ਸੈਨ ਫਰਾਂਸਿਸਕੋ ਘੁੰਮੀ, ਮੇਰੀ ਭੈਣ ਰੂਮੀ ਦਾ ਵਿਆਹ ਵੇਖਿਆ। ਹਾਲਾਂਕਿ ਉਹਨਾਂ ਨੇ ਇੱਕ ਤਸਵੀਰ ਵੀ ਜਿਹੜੀ ਸਾਂਝੀ ਕੀਤੀ ਆਪਣੀ ਭੈਣ ਦੀ। ਔਰ ਇਸ ਦੇ ਨਾਲ ਦੀਪ ਅਤੇ ਮੈਂ ਇਕੱਠੇ ਉਸਦੇ ਭਰਾ ਮਨਦੀਪ ਦੇ ਘਰ ਲੁਧਿਆਣੇ ਵੀ ਗਏ। ਦੇਰ ਰਾਤ ਤੱਕ ਜਾਗਦੇ ਮਨਦੀਪ ਬੱਚਿਆਂ ਦੇ ਨਾਲ ਖੇਡਦੇ ਰਹਿੰਦੇ। ਸਾਡਾ ਇਕੱਠਿਆਂ ਦਾ ਭਵਿੱਖ ਬਣਨਾ ਸ਼ੁਰੂ ਹੋ ਗਿਆ ਸੀ। ਪਿਛਲੇ ਐਤਵਾਰ ਮੈਂ ਦਿੱਲੀ ਪਹੁੰਚੀ। ਕੁਝ ਕੰਮਕਾਰ ਸੀ, ਇਕੱਠਿਆਂ ਵੈਲੈਂਟਾਈਨ ਡੇ ਮਨਾਉਣਾ ਸੀ ਕਿਉਂਕਿ ਅਸੀਂ ਪਿਛਲੀ ਵਾਰ ਵੀ ਇਕੱਠੇ ਨਹੀਂ ਮਨਾ ਸਕੇ ਸੀ। ਇੱਕ ਜਾਦੂਮਈ ਦਿਨ ਸੀ, ਮੇਰੇ ਦਿਲ ਦੇ ਹਮੇਸ਼ਾ ਕਰੀਬ ਰਹੇਗਾ। ਅਗਲੇ ਦਿਨ ਅਸੀਂ ਪੰਜਾਬ ਜਾਣ ਦਾ ਫੈਸਲਾ ਕੀਤਾ ਬਜਾਏ ਕਿ ਮੁੰਬਈ ਘਰ ਜਾਂਦੇ। ਅਸੀਂ ਸਮਾਨ ਸਮੇਟਿਆ, ਸਕਾਰਪੀਓ ਚ ਲੱਦਿਆ ਤੇ ਪੰਜਾਬ ਵੱਲ ਨੂੰ ਚੱਲ ਪਏ। ਦੀਪ ਅਤੇ ਮੈਂ ਕੁਝ ਸਮਾਂ ਗੱਲਾਂ ਮਾਰਦੇ ਰਹੇ। ਫਿਰ ਮੈਂ ਕੁਝ ਸਮੇਂ ਲਈ ਸੌਣ ਦਾ ਫੈਸਲਾ ਕੀਤਾ ਕਿਉਂਕਿ ਹਵਾਈ ਸਫ਼ਰ ਕਰਨ ਮੈਂ ਹਾਲੇ ਥੱਕੀ ਹੋਈ ਸਾਂ। ਬਸ ਮੈਨੂੰ ਪਤਾ ਲੱਗਾ ਕਿ ਮੈਂ ਅਚਾਨਕ ਉਹਨਾਂ ਨੇ ਕਿਹਾ ਕਿ ਮੈਂ ਸੀਟ ਨੂੰ ਪਿੱਛੇ ਉਲਾਰ ਲਿਆ, ਬੂਟ ਉਤਾਰੇ ਤੇ ਸੌਂ ਗਈ। ਮੈਨੂੰ ਬਸ ਇੰਨਾ ਹੀ ਪਤਾ ਹੈ ਕਿ ਮੈਂ ਬੜੀ ਜ਼ੋਰ ਦੇ ਨਾਲ ਅੱਗੇ ਏਅਰ ਬੈਗ 'ਚ ਜਾ ਕੇ ਵੱਜੀ। ਪੈਰ ਥੱਲੇ ਰੱਖਣ ਵਾਲੀ ਥਾਂ ਤੇ ਡਿੱਗ ਪਈ। ਮੇਰੀ ਪਿੱਠ ਏਦਾਂ ਸੀ ਜਿਵੇਂ ਅੱਗ ਲੱਗ ਗਈ ਹੋਵੇ। ਮੈਂ ਬੇਹੱਦ ਸਦਮੇ ਵਿੱਚ ਸੀ। ਮੈਂ ਉੱਤੇ ਵੇਖਿਆ ਤਾਂ ਦੀਪ ਹਿੱਲ ਨਹੀਂ ਸੀ ਰਿਹਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ, ਮੈਨੂੰ ਦੀਪ ਦੀ ਮਦਦ ਕਰਨ ਦਾ ਬਲ ਬਖਸ਼ੋ। ਮੈਂ ਚੀਕਦੀ ਰਹੀ, ਦੀਪ ਉੱਠ। ਮੈਂ ਫਿਰ ਉੱਠੀ, ਉਸਦੀ ਠੋਡੀ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਘੁਮਾਇਆ। ਉਸਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਲਹੂ ਲਹਾਨ ਸੀ। ਮੈਂ ਘਬਰਾ ਗਈ, ਪਿਛਾਂਹ ਹੋ ਕੇ ਬਹਿ ਗਈ ਤੇ ਮਦਦ ਦੇ ਲਈ ਚੀਕਣ ਲੱਗੀ। ਫਿਰ ਨੇੜਿਓਂ ਹੀ ਕੋਈ ਆਇਆ। ਉਸਨੇ ਮੈਨੂੰ ਸਕਾਰਪੀਓ 'ਚ ਕੱਢਿਆ ਤੇ ਜ਼ਮੀਨ ਤੇ ਲਟਾ ਦਿੱਤਾ। ਫਿਰ ਜ਼ਮੀਨ ਤੇ ਪਈ ਹੋਈ ਨੇ ਮੈਂ ਕਿਸੇ ਨੂੰ ਮਨਦੀਪ ਨੂੰ ਫੋਨ ਕਰਨ ਲਈ ਕਿਹਾ ਤੇ ਨਾਲ ਹੀ ਦੀਪ ਦੀ ਮਦਦ ਕਰਨ ਦੀ ਬੇਨਤੀ ਕੀਤੀ। ਉਹ ਗੱਡੀ ਦੀ ਸੀਟ ਵਿੱਚ ਫਸ ਗਿਆ ਸੀ। ਜਦੋਂ ਪਹਿਲੀ ਐਂਬੂਲੈਂਸ ਆਈ ਤਾਂ ਮੈਨੂੰ ਉਸ ਵਿੱਚ ਲਟਾਇਆ ਗਿਆ, ਸ਼ਾਇਦ ਕੋਈ ਅੱਧੇ ਘੰਟੇ ਤੱਕ ਲਈ। ਕਾਫੀ ਜਦੋਜਹਿਦ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅਤੇ ਐਂਬੂਲੈਂਸ ਸਟਾਫ ਨੇ ਦੀਪ ਨੂੰ ਗੱਡੀ 'ਚੋਂ ਕੱਢ ਲਿਆ। ਉਹ ਦੀਪ ਨੂੰ ਇੱਕ ਹੋਰ ਵੱਖਰੀ ਐਂਬੂਲੈਂਸ ਵਿੱਚ ਲੈ ਗਏ। ਸਾਨੂੰ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਉੱਥੇ ਮੈਨੂੰ ਜਿਹੜਾ ਵੀ ਕੋਈ ਮਿਲਦਾ ਮੈਂ ਉਸਨੂੰ ਪੁੱਛਦੀ, ਦੀਪ ਦਾ ਕੀ ਹਾਲ ਹੈ? ਹਰ ਕੋਈ ਕਹਿੰਦਾ ਕਿ ਠੀਕ ਹੈ, ਪਰ ਮੇਰਾ ਦਿਲ ਕੁਝ ਹੋਰ ਕਹਿ ਰਿਹਾ ਸੀ।
ਮੇਰੇ ਪਰਿਵਾਰ ਨੇ ਵੀ ਅਮਰੀਕਾ ਤੋਂ ਮੈਨੂੰ ਉਦੋਂ ਤੱਕ ਦੀਪ ਦੀ ਮੌਤ ਬਾਰੇ ਨਾ ਦੱਸਿਆ ਜਦ ਤੱਕ ਮੇਰੇ ਕੋਲ ਮੇਰਾ ਕੋਈ ਪਰਿਵਾਰਕ ਜੀ ਨਾ ਆ ਗਿਆ। ਆਖਿਰ 5 ਘੰਟਿਆਂ ਬਾਅਦ ਮੇਰਾ ਭਰਾ ਪੰਜਾਬ ਤੋਂ ਆਇਆ। ਮੇਰੇ ਪਰਿਵਾਰ ਦੇ ਕਹਿਣ ਤੇ ਮੈਨੂੰ ਹਾਰਟ ਇੰਸਟੀਚਿਊਟ ਦਿੱਲੀ ਇੱਕ ਹੋਰ ਹਸਪਤਾਲ ਜਿੱਥੇ ਲਿਜਾਇਆ ਗਿਆ ਤਾਂ ਕਿ ਹੋਰ ਟੈਸਟ ਜਿਹੜੇ ਕੀਤੇ ਜਾ ਸਕਣ। ਉੱਥੇ ਮੈਨੂੰ ਮੇਰੇ ਪਰਿਵਾਰ ਨੇ ਦੱਸਿਆ ਕਿ ਹੁਣ ਦੀਪ ਨਹੀਂ ਰਿਹਾ। ਮੈਂ ਸਦਮੇ ਵਿੱਚ ਸੀ, ਦਿਲ ਟੁੱਟ ਚੁੱਕਾ ਸੀ। ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੇਰੇ ਪਰਿਵਾਰ ਦੀ ਬੇਨਤੀ ਤੇ ਮੈਂ ਅਮਰੀਕਾ ਵਾਪਸ ਆ ਗਈ, ਮੇਰੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਤੇ ਹੁਣ ਮੈਂ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਬਾਹਰ ਆ ਰਹੀ ਹਾਂ। ਮੇਰਾ ਪਰਿਵਾਰ ਇਹ ਆਸ ਕਰਦਾ ਹੈ ਕਿ ਦੀਪ ਦੇ ਐਕਸੀਡੈਂਟ ਦੇ ਕਾਰਨਾਂ ਦੀ ਜਾਂਚ ਹੋਵੇ ਤਾਂ ਕਿ ਅੱਗੇ ਤੋਂ ਕਿਸੇ ਨਾਲ ਅਜਿਹਾ ਨਾ ਹੋਵੇ। ਜਦੋਂ ਮੈਂ ਇਹ ਪੋਸਟ ਲਿਖ ਰਹੀ ਹਾਂ ਤੇ ਨਾਲ ਹੀ ਦੀਪ ਦਾ ਭੋਗ ਵੀ ਵੇਖ ਰਹੀ ਹਾਂ। ਲੋਕਾਂ ਨੇ ਉਸ ਲਈ ਜੋ ਪਿਆਰ ਵਿਖਾਇਆ, ਉਸ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਸਕੂਨ ਮਿਲਿਆ। ਅਸੀਂ ਉਸ ਨੂੰ ਬਹੁਤ ਮਿਸ ਕਰਦੇ ਹਾਂ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦੀਪ ਲਈ ਇੰਨਾ ਪਿਆਰ ਤੇ ਸਤਿਕਾਰ ਦਿਖਾਇਆ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੁਨੀਆ ਭਰ 'ਚ ਦੀਪ ਲਈ ਅਰਦਾਸਾਂ ਕੀਤੀਆਂ, ਮੋਮਬੱਤੀ ਮਾਰਚ ਕੱਢੇ। ਉਹ ਹਮੇਸ਼ਾ ਇਹੀ ਮੰਨਦਾ ਸੀ ਤੁਸੀਂ ਉਸ ਦਾ ਇੱਕ ਪਰਿਵਾਰ ਹੋ। ਅੱਜ ਵੀ ਉੱਤੇ ਇੱਕ ਹੋਰ ਦੁਨੀਆ 'ਚ ਬੈਠਾ ਇਹ ਸਭ ਕੁਝ ਦੇਖ ਰਿਹਾ ਹੋਵੇਗਾ। ਦੀਪ ਲਈ ਉਹ ਸੁਨੇਹਾ ਲਿਖਦੇ ਨੇ, ਦੀਪ ਮੈਂ ਅੰਦਰੋਂ ਤਾਂ ਤੇਰੇ ਬਗੈਰ ਮਰ ਗਈ ਹਾਂ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਤੂੰ ਵਾਅਦਾ ਕੀਤਾ ਸੀ ਤੂੰ ਮੈਨੂੰ ਕਦੇ ਇਕੱਲੀ ਨਹੀਂ ਛੱਡ ਕੇ ਜਾਏਗਾ, ਪਰ ਤੂੰ ਮੈਨੂੰ ਇਕੱਲੀ ਨੂੰ ਛੱਡ ਗਿਆ। ਮੈਂ ਟੁੱਟ ਚੁੱਕੀ ਹਾਂ, ਮੈਂ ਉਦਾਸ ਹਾਂ, ਮੈਂ ਗੁੱਸੇ ਹਾਂ। ਤੂੰ ਮੈਨੂੰ ਛੱਡ ਕੇ ਚਲਾ ਗਿਆ ਹੈ। ਮੈਂ ਤੈਨੂੰ ਆਪਣੀਆਂ ਬਾਹਾਂ 'ਚ ਚਾਹੁੰਦੀ ਹਾਂ। ਤੂੰ ਆਖੇ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਨ। ਮੈਨੂੰ ਤੇਰੇ ਜਾਨ ਮਗਰੋਂ ਸਿਰਫ ਇਹੀ ਸਕੂਨ ਮਿਲਿਆ, ਇੱਕ ਪੀੜ੍ਹੀ ਨੂੰ ਪ੍ਰੇਰਨਾ ਮਿਲੀ ਪੰਜਾਬ ਲਈ ਕੁਝ ਕਰਨ ਦੀ। ਤੂੰ ਹਮੇਸ਼ਾ ਮੈਨੂੰ ਸਮਝਾਉਂਦਾ ਸੀ ਇੱਕ ਵੱਡਾ ਬਦਲਾਅ ਲਿਆਉਣ ਲਈ ਵੱਡੀ ਕੁਰਬਾਨੀ ਚਾਹੀਦੀ ਹੁੰਦੀ ਹੈ। ਸੋ ਮੇਰੀ ਜਾਨ, ਮੈਂ ਆਪਣੀ ਕਿਸਮਤ ਨੂੰ ਨਿਭਾ, ਦੁਨੀਆ ਨੂੰ ਪ੍ਰੇਰਨਾ ਦੇ। ਮੈਂ ਤੈਨੂੰ ਮਿਸ ਕਰਦੀ ਹਾਂ ਤੇ ਮਿਸ ਕਰਦੀ ਰਹਾਂਗੀ। ਹਮੇਸ਼ਾ ਪਿਆਰ ਕਰਦੀ ਹਾਂ ਤੇ ਕਰਦੀ ਰਹਾਂਗੀ। ਪਿਆਰ ਕਰਨ ਵਾਲਿਆਂ ਰੂਹਾਂ ਕਦੇ ਅੱਡ ਨਹੀਂ ਹੁੰਦੀਆਂ। ਦੂਜੀ ਦੁਨੀਆ 'ਚ ਮੈਂ ਤੈਨੂੰ ਮਿਲਾਂਗੀ। ਤਾਂ ਇਹ ਜਿਹੜੀ ਰੀਨਾ ਰਾਏ ਹੋਰਾਂ ਦੇ ਵੱਲੋਂ ਜੋ ਪੋਸਟ ਹੈ, ਬੜੀ ਭਾਵੁਕ ਪੋਸਟ ਹੈ, ਉਹ ਸਾਂਝਾ ਕੀਤੀ ਗਈ ਹੈ। ਸੋ ਨਾਲ ਦੀ ਨਾਲ ਰੀਨਾ ਰਾਏ ਹੋਰਾਂ ਨੇ ਕੁਝ ਜਿਹੜੀਆਂ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਉਹ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੋ ਰੀਨਾ ਰਾਏ ਹੋਰਾਂ ਨੇ ਸ਼ੇਅਰ ਕੀਤੀਆਂ ਨੇ। ਇੰਨੀ ਭਾਵੁਕ ਜਿਹੜੀ ਇਸ ਵੇਲੇ ਪੋਸਟ ਹੈ ਉਹ ਰੀਨਾ ਰਾਏ ਨੇ ਪੰਜਾਬੀ ਦੇ ਵਿੱਚ ਜਿਹੜੀ ਇੰਗਲਿਸ਼ ਲਿਖੀ ਹੈ, ਪੰਜਾਬੀ ਟਰਾਂਸਲੇਟ ਕਰਕੇ ਤੁਹਾਨੂੰ ਜਿਹੜੀ ਸੁਣਾਈ ਗਈ ਹੈ। ਕਿਸ ਤਰੀਕੇ ਦੇ ਨਾਲ ਪੂਰੀ ਪੋਸਟ ਜਿਹੜੀ ਹੈ ਰੀਨਾ ਰਾਏ ਵੱਲੋਂ ਸਾਂਝੀ ਕੀਤੀ ਜਾਂਦੀ ਹੈ। ਇੰਨੀ ਭਾਵੁਕ ਪੋਸਟ ਹੈ ਜੋ ਰੀਨਾ ਰਾਏ ਲਿਖੀ। ਹਾਲਾਂਕਿ ਹਰ ਕੋਈ ਜਵਾਬ ਇਹ ਮੰਗ ਰਿਹਾ ਸੀ ਕਿ ਆਖਿਰਕਾਰ ਦੀਪ ਸਿੱਧੂ ਦੇ ਨਾਲ ਉਸ ਰਾਤ ਕੀ ਹੋਇਆ। 15 ਫਰਵਰੀ ਦਾ ਉਹ ਦਿਨ ਕਿ ਹੱਸਦਾ ਹੋਇਆ ਦੀਪ ਸਿੱਧੂ ਸਦਾ ਦੇ ਲਈ ਬੁਝ ਗਿਆ ਹੈ। ਉਹ ਦੀਪ ਜੋ ਚਿਰਾਗ ਸਦਾ ਲਈ ਇੱਕ ਚਿੰਗਾੜੀ ਜੀ ਛੇੜਦਾ ਸੀ ਤਾਂ ਹਮੇਸ਼ਾ ਜਿਹੜਾ ਕਈ ਚਿਰਾਗ ਜਿਹੜੇ ਸੀ ਜਗ ਪੈਂਦੇ ਸੀ, ਪਰ ਉਹ ਦੀਪ ਸਿੱਧੂ ਸਦਾ ਦੀ ਨੀਂਦ ਜਿਹੜੀ ਹੈ ਸੌਂ ਗਿਆ। ਤਾਂ ਹੁਣ ਇਸ ਦੇ ਨਾਲ ਹੀ ਦੀਪ ਸਿੱਧੂ ਹੋਣਾ ਨੂੰ ਲੈ ਕੇ ਜੋ ਭਾਵੁਕ ਪੋਸਟ ਹੈ ਰੀਨਾ ਰਾਏ ਹੋਣਾ ਨੇ ਲਿਖੀ ਹੈ ਉਹ ਸਾਹਮਣੇ ਆ ਗਈ ਹੈ। ਦੀਪ ਸਿੱਧੂ ਦੇ ਲਈ ਜੋ ਉਹਨਾਂ ਨੇ ਬਹੁਤ ਭਾਵੁਕ ਪੋਸਟ ਪਾਈ, ਉਹਨਾਂ ਨੇ ਕਿਹਾ ਹੈ ਕਿ ਮੇਰੇ ਤੋਂ ਬਹੁਤ ਲੋਕ ਜਵਾਬ ਮੰਗ ਰਹੇ ਸੀ, ਮੇਰੇ ਤੋਂ ਬਹੁਤ ਲੋਕਾਂ ਨੇ ਜਵਾਬ ਮੰਗਿਆ ਸੀ ਔਰ ਮੈਂ ਜਵਾਬ ਦੇਣਾ ਚਾਹੁੰਦੀ ਸੀ। ਮੇਰੀ ਸਪਾਈਨ ਇੰਜਰੀ ਹੋਈ ਸੀ, ਮੈਂ ਹੁਣ ਉਸ ਦਰਦ ਤੋਂ ਬਾਹਰ ਆ ਰਹੀ ਹਾਂ। ਰੀੜ ਹੱਡੀ ਦਾ ਦਰਦ ਮੈਨੂੰ ਬਹੁਤ ਸਤਾ ਰਿਹਾ ਸੀ। ਉਸਨੇ ਕਿਹਾ ਕਿ ਮੈਂ ਇਸ ਤੋਂ ਬਾਹਰ ਆ ਚੁੱਕੀ ਹਾਂ। ਮੈਂ ਸਾਰਿਆਂ ਦੇ ਨਾਲ ਜਿਹੜਾ ਭੋਗ ਵੀ ਦੇਖਿਆ ਹੈ ਔਰ ਅੱਜ ਨੌਜਵਾਨਾਂ ਨੂੰ ਜਗਾ ਕੇ ਗਿਆ ਏ ਦੀਪ ਸਿੱਧੂ। ਤਾਂ ਕਿਸ ਤਰੀਕੇ ਦੇ ਨਾਲ ਭਾਵੁਕ ਪੋਸਟ ਲਿਖਦੇ ਨੇ, ਇੱਕ ਵਾਰ ਫਿਰ ਤੋਂ ਤੁਹਾਨੂੰ ਜਿਹੜੀ ਹੈ ਉਹ ਪੋਸਟ ਵੀ ਸੁਣਾਵਾਂਗੇ ਜਿਸ ਤਰੀਕੇ ਦੇ ਨਾਲ ਉਹ ਪੋਸਟ ਲਿਖਦੇ ਨੇ। ਪੂਰੀ ਦੀਪ ਸਿੱਧੂ ਉਹਨਾਂ ਦੇ ਨਾਲ ਜੋ ਪੋਸਟ ਸਾਂਝਾ ਕਰਦੇ ਨੇ, ਤਸਵੀਰਾਂ ਜਿਹੜੀਆਂ ਰੀਨਾ ਰਾਏ ਸਾਂਝਾ ਕਰਦੇ ਨੇ। ਸੋ ਇਹ ਜਿਹੜੀ ਪੋਸਟ ਹੈ ਰੀਨਾ ਰਾਏ ਦੇ ਵੱਲੋਂ ਲਿਖੀ ਗਈ ਹੈ। ਉਹਨਾਂ ਤਮਾਮ ਲੋਕਾਂ ਨੂੰ ਜਵਾਬ ਦਿੱਤਾ ਗਿਆ ਹੈ ਜੋ ਰੀਨਾ ਰਾਏ ਤੋਂ ਜਵਾਬ ਮੰਗਦੇ ਸੀ ਕਿ ਆਖਿਰਕਾਰ ਉਸ ਰਾਤ ਦੀਪ ਸਿੱਧੂ ਉਹਨਾਂ ਦੇ ਨਾਲ ਹੋਇਆ ਕੀ ਸੀ। ਪਿਆਰ ਹੋ ਗਿਆ ਸੀ। ਜਦੋਂ ਅਸੀਂ ਸਾਲ 2018 ਚ ਫਿਲਮ ਰੰਗ ਪੰਜਾਬ ਦੀ ਸ਼ੂਟਿੰਗ ਕਰ ਰਹੇ ਸੀ, ਅੱਜ ਤੱਕ ਸਿਰਫ ਦੀਪ ਹੀ ਸੀ। ਮੈਨੂੰ ਅਜਿਹਾ ਵਿਅਕਤੀ ਮਿਲਿਆ ਜੋ ਸਭ ਤੋਂ ਪਿਆਰਾ ਸੀ ਅਤੇ ਖਿਆਲ ਰੱਖਣ ਵਾਲਾ ਸੀ। ਜਿਵੇਂ ਜਿਵੇਂ ਫਿਲਮ ਦੀ ਸ਼ੂਟਿੰਗ ਚੱਲਦੀ ਰਹੀ, ਸਾਡੀ ਦੋਹਾਂ ਦੀ ਦੋਸਤੀ ਵਧਦੀ ਗਈ। ਫਿਲਮ ਦੇ ਵਕਫੇ ਦੌਰਾਨ ਅਸੀਂ ਘੰਟਿਆਂ ਬਿਤਾ ਦਿੰਦੇ, ਗੱਲਾਂ ਮਾਰਦੇ, ਸਾਡੀ ਜ਼ਿੰਦਗੀ ਬਾਰੇ, ਪਰਿਵਾਰ ਬਾਰੇ, ਸਾਡੇ ਸੁਪਨਿਆਂ ਦੇ ਬਾਰੇ। ਜਦੋਂ ਫਿਲਮ ਮੁਕੰਮਲ ਹੋ ਗਈ ਤਾਂ ਸਾਡੀ ਗੱਲਬਾਤ ਫਿਰ ਹੁੰਦੀ ਰਹੀ। ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਅਸੀਂ ਇੱਕ ਦੂਜੇ ਤੋਂ ਅਨਿਖੜਵੇਂ ਹੋ ਚੁੱਕੇ ਸੀ। ਦੀਪ ਨੇ, ਮੇਰੇ ਪਰਿਵਾਰ ਨੇ ਇਕੱਠਿਆਂ ਸਮਾਂ ਬਿਤਾਇਆ। ਉਹਨਾਂ ਨੇ ਕਿਹਾ ਕਿ ਮੈਂ ਸੈਨ ਫਰਾਂਸਿਸਕੋ ਘੁੰਮੀ, ਮੇਰੀ ਭੈਣ ਰੂਮੀ ਦਾ ਵਿਆਹ ਵੇਖਿਆ,
ਹਾਲਾਂਕਿ ਉਹਨਾਂ ਨੇ ਇੱਕ ਤਸਵੀਰ ਵੀ ਜਿਹੜੀ ਸਾਂਝੀ ਕੀਤੀ ਆਪਣੀ ਭੈਣ ਦੀ, ਔਰ ਇਸ ਦੇ ਨਾਲ ਦੀਪ ਅਤੇ ਮੈਂ ਇਕੱਠੇ ਉਸਦੇ ਭਰਾ ਮਨਦੀਪ ਦੇ ਘਰ ਲੁਧਿਆਣੇ ਵੀ ਗਏ। ਦੇਰ ਰਾਤ ਤੱਕ ਜਾਗਦੇ ਮਨਦੀਪ ਬੱਚਿਆਂ ਦੇ ਨਾਲ ਖੇਡਦੇ ਰਹਿੰਦੇ। ਸਾਡਾ ਇਕੱਠਿਆਂ ਦਾ ਭਵਿੱਖ ਬਣਨਾ ਸ਼ੁਰੂ ਹੋ ਗਿਆ ਸੀ। ਪਿਛਲੇ ਐਤਵਾਰ ਮੈਂ ਦਿੱਲੀ ਪਹੁੰਚੀ। ਕੁਝ ਕੰਮਕਾਰ ਸੀ, ਇਕੱਠਿਆਂ ਵੈਲੈਂਟਾਈਨ ਡੇ ਮਨਾਉਣਾ ਸੀ ਕਿਉਂਕਿ ਅਸੀਂ ਪਿਛਲੀ ਵਾਰ ਵੀ ਇਕੱਠੇ ਨਹੀਂ ਮਨਾ ਸਕੇ ਸੀ। ਇੱਕ ਜਾਦੂਮਈ ਦਿਨ ਸੀ, ਮੇਰੇ ਦਿਲ ਦੇ ਹਮੇਸ਼ਾ ਕਰੀਬ ਰਹੇਗਾ। ਅਗਲੇ ਦਿਨ ਅਸੀਂ ਪੰਜਾਬ ਜਾਣ ਦਾ ਫੈਸਲਾ ਕੀਤਾ ਬਜਾਏ ਕਿ ਮੁੰਬਈ ਘਰ ਜਾਂਦੇ। ਅਸੀਂ ਸਮਾਨ ਸਮੇਟਿਆ, ਸਕਾਰਪੀਓ ਚ ਲੱਦਿਆ ਤੇ ਪੰਜਾਬ ਵੱਲ ਨੂੰ ਚੱਲ ਪਏ। ਦੀਪ ਅਤੇ ਮੈਂ ਕੁਝ ਸਮਾਂ ਗੱਲਾਂ ਮਾਰਦੇ ਰਹੇ। ਫਿਰ ਮੈਂ ਕੁਝ ਸਮੇਂ ਲਈ ਸੌਣ ਦਾ ਫੈਸਲਾ ਕੀਤਾ ਕਿਉਂਕਿ ਹਵਾਈ ਸਫ਼ਰ ਕਰਨ ਮੈਂ ਹਾਲੇ ਥੱਕੀ ਹੋਈ ਸਾਂ। ਬਸ ਮੈਨੂੰ ਪਤਾ ਲੱਗਾ ਕਿ ਮੈਂ ਅਚਾਨਕ ਉਹਨਾਂ ਨੇ ਕਿਹਾ ਕਿ ਮੈਂ ਸੀਟ ਨੂੰ ਪਿੱਛੇ ਉਲਾਰ ਲਿਆ, ਬੂਟ ਉਤਾਰੇ ਤੇ ਸੌਂ ਗਈ। ਮੈਨੂੰ ਬਸ ਇੰਨਾ ਹੀ ਪਤਾ ਹੈ ਕਿ ਮੈਂ ਬੜੀ ਜ਼ੋਰ ਦੇ ਨਾਲ ਅੱਗੇ 에ਅਰ ਬੈਗ 'ਚ ਜਾ ਕੇ ਵੱਜੀ, ਪੈਰ ਥੱਲੇ ਰੱਖਣ ਵਾਲੀ ਥਾਂ ਤੇ ਡਿੱਗ ਪਈ। ਮੇਰੀ ਪਿੱਠ ਏਦਾਂ ਸੀ ਜਿਵੇਂ ਅੱਗ ਲੱਗ ਗਈ ਹੋਵੇ। ਮੈਂ ਬੇਹੱਦ ਸਦਮੇ ਵਿੱਚ ਸੀ। ਮੈਂ ਉੱਤੇ ਵੇਖਿਆ ਤਾਂ ਦੀਪ ਹਿੱਲ ਨਹੀਂ ਸੀ ਰਿਹਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ, ਮੈਨੂੰ ਦੀਪ ਦੀ ਮਦਦ ਕਰਨ ਦਾ ਬਲ ਬਖਸ਼ੋ। ਮੈਂ ਚੀਕਦੀ ਰਹੀ, ਦੀਪ ਉੱਠ। ਮੈਂ ਫਿਰ ਉੱਠੀ, ਉਸਦੀ ਠੋਡੀ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਘੁਮਾਇਆ। ਉਸਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਲਹੂ ਲਹਾਨ ਸੀ। ਮੈਂ ਘਬਰਾ ਗਈ, ਪਿਛਾਂਹ ਹੋ ਕੇ ਬਹਿ ਗਈ ਤੇ ਮਦਦ ਦੇ ਲਈ ਚੀਕਣ ਲੱਗੀ। ਫਿਰ ਨੇੜਿਓਂ ਹੀ ਕੋਈ ਆਇਆ, ਉਸਨੇ ਮੈਨੂੰ ਸਕਾਰਪੀਓ 'ਚ ਕੱਢਿਆ ਤੇ ਜ਼ਮੀਨ ਤੇ ਲਟਾ ਦਿੱਤਾ। ਫਿਰ ਜ਼ਮੀਨ ਤੇ ਪਈ ਹੋਈ ਨੇ ਮੈਂ ਕਿਸੇ ਨੂੰ ਮਨਦੀਪ ਨੂੰ ਫੋਨ ਕਰ ਲਈ ਕਿਹਾ ਤੇ ਨਾਲ ਹੀ ਦੀਪ ਦੀ ਮਦਦ ਕਰਨ ਦੀ ਬੇਨਤੀ ਕੀਤੀ। ਉਹ ਗੱਡੀ ਦੀ ਸੀਟ ਵਿੱਚ ਫਸ ਗਿਆ ਸੀ। ਜਦੋਂ ਪਹਿਲੀ ਐਂਬੂਲੈਂਸ ਆਈ ਤਾਂ ਮੈਨੂੰ ਉਸ ਵਿੱਚ ਲਟਾਇਆ ਗਿਆ, ਸ਼ਾਇਦ ਕੋਈ ਅੱਧੇ ਘੰਟੇ ਤੱਕ ਲਈ। ਕਾਫੀ ਜਦੋਜਹਿਦ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅਤੇ ਐਂਬੂਲੈਂਸ ਸਟਾਫ ਨੇ ਦੀਪ ਨੂੰ ਗੱਡੀ 'ਚੋਂ ਕੱਢ ਲਿਆ। ਉਹ ਦੀਪ ਨੂੰ ਇੱਕ ਹੋਰ ਵੱਖਰੀ ਐਂਬੂਲੈਂਸ ਵਿੱਚ ਲੈ ਗਏ। ਸਾਨੂੰ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਉੱਥੇ ਮੈਨੂੰ ਜਿਹੜਾ ਵੀ ਕੋਈ ਮਿਲਦਾ ਮੈਂ ਉਸਨੂੰ ਪੁੱਛਦੀ, ਦੀਪ ਦਾ ਕੀ ਹਾਲ ਹੈ? ਹਰ ਕੋਈ ਕਹਿੰਦਾ ਕਿ ਠੀਕ ਹੈ, ਪਰ ਮੇਰਾ ਦਿਲ ਕੁਝ ਹੋਰ ਕਹਿ ਰਿਹਾ ਸੀ। ਮੇਰੇ ਪਰਿਵਾਰ ਨੇ ਵੀ ਅਮਰੀਕਾ ਤੋਂ ਮੈਨੂੰ ਉਦੋਂ ਤੱਕ ਦੀਪ ਦੀ ਮੌਤ ਬਾਰੇ ਨਾ ਦੱਸਿਆ ਜਦ ਤੱਕ ਮੇਰੇ ਕੋਲ ਮੇਰਾ ਕੋਈ ਪਰਿਵਾਰਕ ਜੀ ਨਾ ਆ ਗਿਆ। ਆਖਿਰ 5 ਘੰਟਿਆਂ ਬਾਅਦ ਮੇਰਾ ਭਰਾ ਪੰਜਾਬ ਤੋਂ ਆਇਆ। ਮੇਰੇ ਪਰਿਵਾਰ ਦੇ ਕਹਿਣ ਤੇ ਮੈਨੂੰ ਹਾਰਟ ਇੰਸਟੀਚਿਊਟ ਦਿੱਲੀ, ਇੱਕ ਹੋਰ ਹਸਪਤਾਲ ਜਿੱਥੇ ਲਿਜਾਇਆ ਗਿਆ ਤਾਂ ਕਿ ਹੋਰ ਟੈਸਟ ਜਿਹੜੇ ਕੀਤੇ ਜਾ ਸਕਣ। ਉੱਥੇ ਮੈਨੂੰ ਮੇਰੇ ਪਰਿਵਾਰ ਨੇ ਦੱਸਿਆ ਕਿ ਹੁਣ ਦੀਪ ਨਹੀਂ ਰਿਹਾ। ਮੈਂ ਸਦਮੇ ਵਿੱਚ ਸੀ, ਦਿਲ ਟੁੱਟ ਚੁੱਕਾ ਸੀ। ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੇਰੇ ਪਰਿਵਾਰ ਦੀ ਬੇਨਤੀ ਤੇ ਮੈਂ ਅਮਰੀਕਾ ਵਾਪਸ ਆ ਗਈ, ਮੇਰੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਤੇ ਹੁਣ ਮੈਂ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਬਾਹਰ ਆ ਰਹੀ ਹਾਂ। ਮੇਰਾ ਪਰਿਵਾਰ ਇਹ ਆਸ ਕਰਦਾ ਹੈ ਕਿ ਦੀਪ ਦੇ ਐਕਸੀਡੈਂਟ ਦੇ ਕਾਰਨਾਂ ਦੀ ਜਾਂਚ ਹੋਵੇ ਤਾਂ ਕਿ ਅੱਗੇ ਤੋਂ ਕਿਸੇ ਨਾਲ ਅਜਿਹਾ ਨਾ ਹੋਵੇ। ਜਦੋਂ ਮੈਂ ਇਹ ਪੋਸਟ ਲਿਖ ਰਹੀ ਹਾਂ ਤੇ ਨਾਲ ਹੀ ਦੀਪ ਦਾ ਭੋਗ ਵੀ ਵੇਖ ਰਹੀ ਹਾਂ। ਲੋਕਾਂ ਨੇ ਉਸ ਲਈ ਜੋ ਪਿਆਰ ਵਿਖਾਇਆ, ਉਸ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਸਕੂਨ ਮਿਲਿਆ। ਅਸੀਂ ਉਸ ਨੂੰ ਬਹੁਤ ਮਿਸ ਕਰਦੇ ਹਾਂ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦੀਪ ਲਈ ਇੰਨਾ ਪਿਆਰ ਤੇ ਸਤਿਕਾਰ ਦਿਖਾਇਆ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੁਨੀਆ ਭਰ 'ਚ ਦੀਪ ਲਈ ਅਰਦਾਸਾਂ ਕੀਤੀਆਂ, ਮੋਮਬੱਤੀ ਮਾਰਚ ਕੱਢੇ। ਉਹ ਹਮੇਸ਼ਾ ਇਹੀ ਮੰਨਦਾ ਸੀ ਤੁਸੀਂ ਉਸਦਾ ਇੱਕ ਪਰਿਵਾਰ ਹੋ। ਅੱਜ ਵੀ ਉੱਤੇ ਇੱਕ ਹੋਰ ਦੁਨੀਆ 'ਚ ਬੈਠਾ ਇਹ ਸਭ ਕੁਝ ਦੇਖ ਰਿਹਾ ਹੋਵੇਗਾ। ਦੀਪ ਲਈ ਉਹ ਸੁਨੇਹਾ ਲਿਖਦੇ ਨੇ, ਦੀਪ ਮੈਂ ਅੰਦਰੋਂ ਤਾਂ ਤੇਰੇ ਬਗੈਰ ਮਰ ਗਈ ਹਾਂ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਤੂੰ ਵਾਅਦਾ ਕੀਤਾ ਸੀ ਤੂੰ ਮੈਨੂੰ ਕਦੇ ਇਕੱਲੀ ਨਹੀਂ ਛੱਡ ਕੇ ਜਾਏਗਾ, ਪਰ ਤੂੰ ਮੈਨੂੰ ਇਕੱਲੀ ਨੂੰ ਛੱਡ ਗਿਆ। ਮੈਂ ਟੁੱਟ ਚੁੱਕੀ ਹਾਂ, ਮੈਂ ਉਦਾਸ ਹਾਂ, ਮੈਂ ਗੁੱਸੇ ਹਾਂ। ਤੂੰ ਮੈਨੂੰ ਛੱਡ ਕੇ ਚਲਾ ਗਿਆ ਹੈ। ਮੈਂ ਤੈਨੂੰ ਆਪਣੀਆਂ ਬਾਹਾਂ 'ਚ ਚਾਹੁੰਦੀ ਹਾਂ। ਤੂੰ ਆਖੇ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਨ। ਮੈਨੂੰ ਤੇਰੇ ਜਾਨ ਮਗਰੋਂ ਸਿਰਫ ਇਹੀ ਸਕੂਨ ਮਿਲਿਆ, ਇੱਕ ਪੀੜ੍ਹੀ ਨੂੰ ਪ੍ਰੇਰਨਾ ਮਿਲੀ ਪੰਜਾਬ ਲਈ ਕੁਝ ਕਰਨ ਦੀ। ਤੂੰ ਹਮੇਸ਼ਾ ਮੈਨੂੰ ਸਮਝਾਉਂਦਾ ਸੀ ਇੱਕ ਵੱਡਾ ਬਦਲਾਅ ਲਿਆਉਣ ਲਈ ਵੱਡੀ ਕੁਰਬਾਨੀ ਚਾਹੀਦੀ ਹੁੰਦੀ ਹੈ। ਸੋ ਮੇਰੀ ਜਾਨ, ਮੈਂ ਆਪਣੀ ਕਿਸਮਤ ਨੂੰ ਨਿਭਾ, ਦੁਨੀਆ ਨੂੰ ਪ੍ਰੇਰਨਾ ਦੇ। ਮੈਂ ਤੈਨੂੰ ਮਿਸ ਕਰਦੀ ਹਾਂ ਤੇ ਮਿਸ ਕਰਦੀ ਰਹਾਂਗੀ। ਹਮੇਸ਼ਾ ਪਿਆਰ ਕਰਦੀ ਹਾਂ ਤੇ ਕਰਦੀ ਰਹਾਂਗੀ। ਪਿਆਰ ਕਰਨ ਵਾਲਿਆਂ ਰੂਹਾਂ ਕਦੇ ਅੱਡ ਨਹੀਂ ਹੁੰਦੀਆਂ। ਦੂਜੀ ਦੁਨੀਆ 'ਚ ਮੈਂ ਤੈਨੂੰ ਮਿਲਾਂਗੀ
ਤਾਂ ਇਹ ਜਿਹੜੀ ਰੀਨਾ ਰਾਏ ਹੋਰਾਂ ਦੇ ਵੱਲੋਂ ਜੋ ਪੋਸਟ ਹੈ, ਬੜੀ ਭਾਵੁਕ ਪੋਸਟ ਹੈ, ਉਹ ਸਾਂਝਾ ਕੀਤੀ ਗਈ ਹੈ। ਸੋ ਨਾਲ ਦੀ ਨਾਲ ਰੀਨਾ ਰਾਏ ਹੋਰਾਂ ਨੇ ਕੁਝ ਜਿਹੜੀਆਂ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਉਹ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੋ ਰੀਨਾ ਰਾਏ ਹੋਰਾਂ ਨੇ ਸ਼ੇਅਰ ਕੀਤੀਆਂ ਨੇ। ਇੰਨੀ ਭਾਵੁਕ ਜਿਹੜੀ ਇਸ ਵੇਲੇ ਪੋਸਟ ਹੈ, ਉਹ ਰੀਨਾ ਰਾਏ ਨੇ ਪੰਜਾਬੀ ਦੇ ਵਿੱਚ ਜਿਹੜੀ ਇੰਗਲਿਸ਼ ਲਿਖੀ ਹੈ, ਪੰਜਾਬੀ ਟ੍ਰਾਂਸਲੇਟ ਕਰਕੇ ਤੁਹਾਨੂੰ ਜਿਹੜੀ ਸੁਣਾਈ ਗਈ ਹੈ, ਕਿਸ ਤਰੀਕੇ ਦੇ ਨਾਲ ਪੂਰੀ ਪੋਸਟ ਜਿਹੜੀ ਹੈ ਰੀਨਾ ਰਾਏ ਵੱਲੋਂ ਸਾਂਝੀ ਕੀਤੀ ਜਾਂਦੀ ਹੈ। ਇੰਨੀ ਭਾਵੁਕ ਪੋਸਟ ਹੈ ਜੋ ਰੀਨਾ ਰਾਏ ਲਿਖੀ। ਹਾਲਾਂਕਿ ਹਰ ਕੋਈ ਜਵਾਬ ਇਹ ਮੰਗ ਰਿਹਾ ਸੀ ਕਿ ਆਖਿਰਕਾਰ ਦੀਪ ਸਿੱਧੂ ਦੇ ਨਾਲ ਉਸ ਰਾਤ ਕੀ ਹੋਇਆ। 15 ਫਰਵਰੀ ਦਾ ਉਹ ਦਿਨ ਕਿ ਹੱਸਦਾ ਹੋਇਆ ਦੀਪ ਸਿੱਧੂ ਸਦਾ ਦੇ ਲਈ ਬੁਝ ਗਿਆ ਹੈ। ਉਹ ਦੀਪ ਜੋ ਚਿਰਾਗ ਸਦਾ ਲਈ ਇੱਕ ਚਿੰਗਾੜੀ ਜੀ ਛੇੜਦਾ ਸੀ ਤਾਂ ਹਮੇਸ਼ਾ ਜਿਹੜਾ ਕਈ ਚਿਰਾਗ ਜਿਹੜੇ ਸੀ ਜਗ ਪੈਂਦੇ ਸੀ, ਪਰ ਉਹ ਦੀਪ ਸਿੱਧੂ ਸਦਾ ਦੀ ਨੀਂਦ ਜਿਹੜੀ ਹੈ ਸੌਂ ਗਿਆ। ਤਾਂ ਹੁਣ ਇਸ ਦੇ ਨਾਲ ਹੀ